ਸੋ ਬੱਚੋ ਅੱਜ ਆਪਾਂ ਡਾਇਰੈਕਟਰੀ ਕਮਾਂਡ ਨਾਲ ਡੋਸ ਦੇ ਵਿੱਚ ਜਿਹੜੀਆਂ ਕੁਝ ਸਵਿਚਸ ਯੂਜ਼ ਹੁੰਦੀਆਂ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਤਾਂ ਡਾਇਰੈਕਟਰੀ ਕੀ ਹੈ, ਆਪਣੀ ਗੱਲ ਹੋ ਚੁੱਕੀ ਹੈ। ਡਾਇਰੈਕਟਰੀ ਇੱਕ ਸਟਰਕਚਰ, ਅਜਿਹਾ ਸਟਰਕਚਰ ਆ ਜਿਹਦੇ ਵਿੱਚ ਆਪਾਂ ਆਪਣਾ ਵਰਕ ਜਿਹੜਾ ਹੈ, ਕੰਮ ਇੱਕ ਤਰਤੀਬਬੱਧ ਤਰੀਕੇ ਨਾਲ ਰੱਖ ਸਕਦੇ ਹਾਂ, ਸਿਸਟੇਮੈਟਿਕ ਵੇ ਦੇ ਵਿੱਚ ਰੱਖ ਸਕਦੇ ਹਾਂ ਤੇ ਉਹਨੂੰ ਅੱਗੇ ਜਾ ਕੇ ਫਿਰ ਦੇਖਣ ਦੇ ਵਿੱਚ ਜਾਂ ਟਰੇਸ ਕਰਨ ਦੇ ਵਿੱਚ ਸਾਨੂੰ ਆਸਾਨੀ ਰਹਿੰਦੀ ਹੈ। ਡਾਇਰੈਕਟਰੀ ਦੇ ਅੰਦਰ ਸਬ ਡਾਇਰੈਕਟਰੀਜ਼, ਜਿਹਨੂੰ ਵਿੰਡੋ 'ਚ ਆਪਾਂ ਪਿੱਛੇ ਵੀ ਪੜ੍ਹ ਚੁੱਕੇ ਹਾਂ ਵੀ ਫੋਲਡਰ ਵੀ ਕਹਿੰਦੇ ਆ, ਠੀਕ ਹੈ। ਤੇ ਸਬ ਡਾਇਰੈਕਟਰੀਜ਼ ਵੀ ਕ੍ਰੀਏਟ ਹੋ ਜਾਂਦੀਆਂ। ਕ੍ਰੀਏਟ ਕਰਨ ਦੀ ਗੱਲ ਆਪਾਂ ਕਰ ਚੁੱਕੇ ਹਾਂ, MD ਕਮਾਂਡ ਹੈ, ਠੀਕ ਹੈ। CD ਕਮਾਂਡ ਅੰਦਰ ਜਾਣ ਲਈ, CD ਡਾਟ ਡਾਟ ਡਾਇਰੈਕਟਰੀ 'ਚੋਂ ਬਾਹਰ ਆਉਣ ਦੇ ਲਈ, ਇੱਕ ਤੋਂ ਜ਼ਿਆਦਾ ਡਾਇਰੈਕਟਰੀ 'ਚ ਬੈਠੇ ਹਾਂ CD / ਹੈ, ਤੇ ਫਿਰ ਡਾਇਰੈਕਟਰੀ ਨੂੰ ਰਿਮੂਵ ਕਰਨ ਵੇਲੇ RD ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਹੁਣ ਡਾਇਰੈਕਟਰੀ ਦੀ ਜਿਹੜੀ ਲਿਸਟ ਦੀਆਂ ਕੁਝ ਸਵਿਚਸ ਨੇ ਉਹ ਆਪਾਂ ਅੱਜ ਗੱਲ ਕਰਾਂਗੇ। ਜਿੱਦਾਂ ਦੇਖੋ, ਆਪਾਂ ਕਮਾਂਡ ਪ੍ਰੌਂਪਟ ਖੋਲਦੇ ਹਾਂ, ਮੈਂ ਡਰਾਈਵ ਚੇਂਜ ਕਰਦਾ, ਉਸ ਤੋਂ ਬਾਅਦ ਆਪਾਂ CLS ਕਮਾਂਡ ਚਲਾਈਏ, ਸਕਰੀਨ ਨੂੰ ਮੈਕਸੀਮਾਈਜ਼ ਕਰ ਲਿਆ। ਹੁਣ ਆਪਾਂ DIR ਜਿਹੜੀ ਕਮਾਂਡ ਹੈ ਉਹ ਆਪਾਂ ਜਦ ਚਲਾਉਨੇ ਆ, ਕੀ ਗੱਲ ਹੋਈ ਸੀ ਆਪਣੀ ਵੀ ਇਹਦੇ ਨਾਲ ਆਪਾਂ ਲਿਸਟ ਚੈੱਕ ਕਰ ਸਕਦੇ ਹਾਂ ਵੀ ਆਪਣਾ ਇਸ ਡਰਾਈਵ ਦੇ ਵਿੱਚ ਕੀ ਕੀ ਫਾਈਲਾਂ ਜਾਂ ਡਾਇਰੈਕਟਰੀਆਂ ਪਈਆਂ ਨੇ, ਆਪਾਂ ਉਹ ਐਕਸਪਲੋਰ ਕਰ ਸਕਦੇ ਹਾਂ। ਡੋਸ ਦੇ ਵਿੱਚ ਇਹ ਮੈਥਡ ਆ, ਪਰ ਇਹਨੂੰ ਤੁਸੀਂ ਆਪਣੀ ਲੋੜ ਮੁਤਾਬਕ, ਹੁਣ ਜੇ ਤੁਸੀਂ ਜਿਹੜਾ ਹੈ ਸੈੱਟ ਕਰਨਾ ਚਾਹੁੰਦੇ ਹੋ ਤਾਂ ਉਹ ਕੁਝ ਸਵਿਚਸ ਜਿਹੜੀਆਂ ਨੇ ਉਹ ਯੂਜ਼ ਹੋ ਜਾਂਦੀਆਂ। ਪਹਿਲੀ ਗੱਲ ਤਾਂ ਹੈ DIR/P, DIR/ ਜਿਹੜੀ ਫਾਰਵਰਡ ਪੈਣੀ ਆ P, ਇਹਦੇ ਨਾਲ P ਤੋਂ ਮਤਲਬ ਹੈ ਪੇਜ ਬਾਈ ਪੇਜ, ਪੌਜ਼ ਹੋ ਕੇ ਚੱਲੇਗੀ। ਇਹ ਉਦੋਂ ਵਰਕ ਕਰੇਗੀ ਜਦੋਂ ਆ ਤੁਹਾਡੀ ਡਾਇਰੈਕਟਰੀ ਦੀ ਜਿਹੜੀ ਆ ਸਾਰੀ ਲਿਸਟ ਆ, ਜਿਹੜੀ ਆਪਾਂ DIR ਕਰਕੇ ਚਲਾਈ ਹੈ, ਇਹ ਇੱਕ ਪੇਜ ਤੋਂ ਜ਼ਿਆਦਾ ਲੈਂਥੀ ਹੈ ਜਾਂ ਲੰਬੀ ਹੈ। ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਬਈ ਇਸ ਵੇਲੇ ਜਿਹੜੀ ਆਪਣੀ ਆਹ ਡਾਇਰੈਕਟਰੀ ਦੀ ਲਿਸਟ ਸ਼ੋ ਕਰ ਰਿਹਾ, ਇਹ ਇੱਕ ਪੇਜ ਦੇ ਅੰਦਰ ਅੰਦਰ ਹੀ ਆ ਰਹੀ ਹੈ। ਸੋ ਇੱਥੇ ਇਹ ਕਮਾਂਡ ਨੇ ਵਰਕ ਨਹੀਂ ਕਰਨਾ। ਪਰ ਇਹ ਕਮਾਂਡ ਕਦੋਂ ਵਰਕ ਕਰਦੀ ਆ, ਸਵਿਚ /P, ਜਦ ਮੇਰੀ ਆ ਸਾਰੀ ਡਾਇਰੈਕਟਰੀ ਦੀ ਲਿਸਟ ਇੱਕ ਪੇਜ ਤੋਂ ਜ਼ਿਆਦਾ ਲੈਂਥੀ ਹੈ ਔਰ ਮੈਂ ਜਦੋਂ DIR ਕਮਾਂਡ ਦਿੰਨਾ ਤਾਂ ਉਹ ਅੱਧੀ ਲਿਸਟ ਜਿਹੜੀ ਹੈ ਉਹ ਉੱਪਰ ਨੂੰ ਹੀ ਸਕਰੋਲ ਕਰ ਜਾਂਦੀ ਆ। ਜਿਹੜਾ ਲਾਸਟ ਪੇਜ ਆ ਉਹ ਮੇਰੇ ਫਰੰਟ ਤੇ ਆ ਕੇ ਰੁਕਦਾ। ਨੈਚੁਰਲੀ ਆ, ਜਦੋਂ ਲਿਸਟ ਇੱਕ ਪੇਜ ਤੋਂ ਜ਼ਿਆਦਾ ਲੈਂਥੀ ਹੋਏਗੀ ਤਾਂ ਮੈਂ ਜਦੋਂ DIR ਕਮਾਂਡ ਦੇ ਕੇ ਐਂਟਰ ਕਰੂੰਗਾ ਤਾਂ ਲਾਸਟ ਪੇਜ ਆ ਕੇ ਮੇਰੇ ਫਰੰਟ ਤੇ ਇੱਥੇ ਰੁਕੇਗਾ, ਬਾਕੀ ਜਿਹੜਾ ਪੇਜਸ ਨੇ ਉਹ ਉੱਪਰ ਸਕਰੋਲ ਕਰ ਜਾਣਗੇ। ਸੋ ਉਹਨੂੰ ਪੇਜ ਬਾਏ ਪੇਜ ਚਲਾ ਕੇ ਦੇਖਣਾ ਹੈ, ਪੌਜ਼ ਕਰਨਾ ਹੈ ਤਾਂ DIR/P ਲਾਵਾਂਗੇ। ਇੱਥੇ ਆਪਾਂ ਨੂੰ ਜਿਹੜਾ ਹੈ ਇਹਦਾ ਇਫੈਕਟ ਜਿਹੜਾ ਹੈ ਅਜੇ ਨਹੀਂ ਦੇਖਣ ਨੂੰ ਮਿਲੇਗਾ, ਅੱਗੇ ਜਾ ਕੇ ਮੈਂ ਤੁਹਾਨੂੰ ਇਹਦੇ ਬਾਰੇ ਦੱਸਾਂਗਾ। ਫਿਰ DIR ਇੱਕ ਸਵਿਚ ਹੈ ਜੀ S, DIR S/S ਲਾਉਣ ਦੇ ਨਾਲ ਕੀ ਹੁੰਦਾ ਹੈ ਵੀ ਆਹ ਜਿਹੜੀਆਂ ਡਾਇਰੈਕਟਰੀਜ਼ ਨੇ ਇਹਨਾਂ ਨੂੰ ਐਕਸਪਲੋਰ ਕਰਕੇ ਦਿਖਾਏਗਾ। ਜਿਵੇਂ ਆਪਾਂ ਵਿੰਡੋਜ਼ ਦੇ ਵਿੱਚ ਫੋਲਡਰ ਨੂੰ ਐਕਸਪਲੋਰ ਕਰ ਲੈਂਦੇ ਹਾਂ, ਇੱਥੇ ਆਪਾਂ ਇਹਨੂੰ ਐਕਸਪਲੋਰ ਕਰ ਸਕਦੇ ਹਾਂ ਡਾਇਰੈਕਟਰੀਜ਼ ਨੂੰ ਵੀ। ਹਰ ਇੱਕ ਡਾਇਰੈਕਟਰੀ ਦੇ ਅੰਦਰ ਕੀ ਕੁਛ ਜਿਹੜਾ ਹੈ, ਕਿੰਨੇ ਫਾਈਲਾਂ ਜਾਂ ਸਬ ਡਾਇਰੈਕਟਰੀਆਂ ਬਣੀਆਂ, ਉਹ ਆਪਾਂ S ਤੋਂ ਭਾਵ ਹੈ ਸਬ ਡਾਇਰੈਕਟਰੀਜ਼। ਦੇਖੋ ਮੈਂ ਐਂਟਰ ਪ੍ਰੈਸ ਕਰਦਾ, ਆਪਾਂ ਦੇਖ ਰਹੇ ਹਾਂ ਲਿਸਟ ਦੇਖੋ ਕਿੰਨੀ ਲੰਬੀ, ਕਿਉਂਕਿ ਉਹ ਜਿੰਨੀਆਂ ਵੀ ਡਾਇਰੈਕਟਰੀ ਸੀ ਹਰ ਇੱਕ ਨੂੰ ਉਹ ਐਕਸਪਲੋਰ ਕਰਕੇ ਹੁਣ ਦਿਖਾ ਰਿਹਾ। ਪਰ ਉਹੀ ਗੱਲ ਦੇਖੋ, ਲਿਸਟ ਲੰਬੀ ਹੋ ਗਈ, ਬਹੁਤ ਜ਼ਿਆਦਾ ਲੈਂਥੀ ਹੋ ਗਈ ਔਰ ਉਹ ਸਕਰੋਲ ਹੋ ਰਹੀ ਆ। ਲਾਸਟ ਪੇਜ ਮੇਰੇ ਫਰੰਟ ਤੇ ਆ ਕੇ ਰੁਕ ਗਿਆ। ਹੁਣ ਇਸ ਚੀਜ਼ ਨੂੰ ਹੁਣ ਜੇ ਆਪਾਂ ਦੇਖਣਾ ਵੀ ਹੁਣ ਆਪਣੀ ਉਹ /P ਨਾਲ ਕੰਮ ਕਰ ਜੇਗੀ। DIR/S ਸਬ ਡਾਇਰੈਕਟਰੀਜ਼ ਵੀ ਓਪਨ ਕਰੇ, ਨਾਲ ਦੀ ਨਾਲ ਉਹ ਪੇਜ ਬਾਏ ਪੇਜ ਵੀ ਚੱਲੇ, ਸਕਰੋਲ ਨਾ ਹੋਵੇ ਤਾਂ DIR/ ਜਿਹੜਾ ਹੈ ਤੁਸੀਂ PV ਨਾਲ ਯੂਜ਼ ਕਰ ਸਕਦੇ ਹੋ। ਆਹ ਦੇਖੋ ਇੱਕ ਪੇਜ ਚੱਲਿਆ ਔਰ ਥੱਲੇ ਮੈਨੂੰ ਜਿਹੜਾ ਹੈ ਨੀਚੇ ਮੈਸੇਜ ਕੀ ਦੇ ਰਿਹਾ, ਪ੍ਰੈਸ ਐਨੀ ਕੀ ਟੂ ਕੰਟੀਨਿਊ। ਇਟ ਮੀਨਸ ਇੱਕ ਪੇਜ ਮੇਰਾ ਹੁਣ ਰੁਕਿਆ ਹੋਇਆ, ਪੌਜ਼ ਹੋਇਆ ਹੋਇਆ, ਨੈਕਸਟ ਨੈਕਸਟ ਨੈਕਸਟ, ਇੱਦਾਂ ਇੱਕ ਇੱਕ ਪੇਜ ਬਾਏ ਪੇਜ। ਹੁਣ ਦੇਖੋ ਆਪਣੀ ਇੱਥੇ DIR/P ਦੀ ਵੀ ਇੱਥੇ ਗੱਲ ਹੋ ਗਈ ਵੀ ਪੇਜ ਬਾਏ ਪੇਜ ਜਿਹੜਾ ਹੈ, ਜਦੋਂ ਇੱਕ ਪੇਜ ਤੋਂ ਜ਼ਿਆਦਾ ਲੈਂਥੀ ਹੈ ਲਿਸਟ, ਠੀਕ ਹੈ, ਜਿੱਦਾਂ ਹੁਣ ਆਪਾਂ ਕੁਦਰਤੀ ਕ੍ਰੀਏਟ ਹੋ ਗਈ ਵੀ ਆਪਾਂ DIR/S ਚਲਾਇਆ, ਉਹ ਡਾਇਰੈਕਟਰੀਜ਼ ਨੂੰ ਵੀ ਆ ਦੇਖੋ ਐਕਸਪਲੋਰ ਕਰ ਰਿਹਾ। ਹਰ ਇੱਕ ਡਾਇਰੈਕਟਰੀ ਦੇ ਅੰਦਰ ਉਹਦੇ ਵਿੱਚ ਕੀ ਕੁਛ ਪਿਆ ਹੈ ਉਹ ਵੀ ਸਾਨੂੰ ਜਿਹੜਾ ਹੈ ਆ ਦੇਖੋ, ਕੱਲੀ ਕੱਲੀ ਡਾਇਰੈਕਟਰੀ ਦੇ ਵਿੱਚ ਕੀ ਕੁਛ ਜਿਹੜਾ ਹੈ ਉਹਦੇ ਵਿੱਚ ਫਾਈਲਾਂ ਜਾਂ ਸਬ ਡਾਇਰੈਕਟਰੀਆਂ ਪਈਆਂ ਨੇ ਉਹ ਸਾਨੂੰ ਸ਼ੋ ਕਰ ਰਿਹਾ।
ਸੋ dir/s ਦੇ ਨਾਲ ਕੀ ਹੈ, ਡਾਇਰੈਕਟਰੀ ਦੇ ਅੰਦਰ ਸਬ ਡਾਇਰੈਕਟਰੀਜ਼ ਜਾਂ ਫਾਈਲਸ ਵੀ ਸਾਨੂੰ ਐਕਸਪਲੋਰ ਕਰਕੇ ਦਿਖਾਉਂਦਾ, ਔਰ ਉਹ ਲਿਸਟ ਨੈਚੁਰਲੀ ਲੰਬੀ ਜਾਏਗੀ, ਔਰ ਉਹਨੂੰ ਤੁਸੀਂ ਪੇਜ ਬਾਈ ਪੇਜ ਚਲਾਉਣਾ ਹੈ ਹੁਣ ਤਾਂ ਉਹ ਨਾਲ ਦੀ ਨਾਲ ਤੁਸੀਂ ਸਲੈਸ਼ ਜਿਹੜਾ ਹੈ p ਵੀ ਯੂਜ਼ ਕਰ ਸਕਦੇ ਹੋ। ਸੋ ਇਹ ਜਿਹੜੀ ਹੈ ਸਾਡੀ ਸਵਿਚ dir/s ਹੈ, ਉਹਦੇ ਨਾਲ ਆਪਣੀ p ਵੀ ਯੂਜ਼ ਹੋ ਗਈ। ਹੁਣ dir/w ਵਿਡਥ ਵਾਈਜ਼ ਆਮ ਸਾਡੀ ਲੈਂਥ ਵਾਈਜ਼ ਲਿਸਟ ਸ਼ੋ ਕਰਦਾ, ਇਹਦੇ ਨਾਲ ਜਿਹੜਾ ਹੈ ਸਾਡੀ ਡਾਇਰੈਕਟਰੀ ਦੀ ਲਿਸਟ ਜਿਹੜੀ ਲੈਂਥ ਵਾਈਜ਼ ਸ਼ੋ ਕਰਦਾ ਉਹ ਵਿਡਥ ਵਾਈਜ਼ ਦੇਖੋ ਇੱਧਰ ਨੂੰ ਸ਼ੋ ਕਰ ਰਿਹਾ, ਠੀਕ ਹੈ। ਇਹਦੇ ਨਾਲ ਸਾਡੀ ਜਿਹੜੀ ਲਿਸਟ ਲੈਂਥ ਵਾਈਜ਼ ਸ਼ੋ ਹੋ ਰਹੀ ਆ, ਵਿਡਥ ਵਾਈਜ਼ ਸ਼ੋ ਹੋਣ ਨਾਲ ਸਾਨੂੰ ਥੋੜਾ ਜਿਹਾ ਫਾਇਦਾ ਇਹ ਹੁੰਦਾ ਬਈ ਇਹਦੇ ਵਿੱਚ ਜ਼ਿਆਦਾ ਲਿਸਟ ਦੇ ਵਿੱਚ ਜ਼ਿਆਦਾ ਡਾਇਰੈਕਟਰੀਜ਼ ਜਿਹੜੀਆਂ ਨੇ ਉਹ ਸ਼ੋ ਹੋ ਜਾਂਦੀਆਂ, ਕਿਉਂਕਿ ਆਪਾਂ ਵਿਡਥ ਵਾਈਜ਼ ਉਹਨੂੰ ਸ਼ੋ ਕਰਾ ਰਹੇ ਹਾਂ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ dir/ah ਇਹਦੇ ਨਾਲ ਆਪਾਂ ਫਾਈਲਾਂ ਜਾਂ ਡਾਇਰੈਕਟਰੀਜ਼ ਹਾਈਡ ਕਰ ਦਿੰਨੇ ਆ। ਉਹ ਕਿਹੜੀਆਂ ਫਾਈਲਾਂ ਜਾਂ ਡਾਇਰੈਕਟਰੀਜ਼ ਹਾਈਡ ਕੀਤੀਆਂ ਹੋਈਆਂ ਨੇ ਉਹਦੇ ਨਾਲ ਇਹ ਸਵਿਚ ਦੇ ਨਾਲ ਸਾਨੂੰ ਉਹ ਸ਼ੋ ਕਰੇਗਾ। ਆ ਦੇਖੋ ਦੋ ਡਾਇਰੈਕਟਰੀਜ਼ ਨੇ ਇਹ ਜਿਹੜੀਆਂ ਹਾਈਡ ਕੀਤੀਆਂ ਹੋਈਆਂ ਨੇ ਉਹ ਸਾਨੂੰ ਸ਼ੋ ਕਰ ਰਿਹਾ। ਸੋ AH ਤੋਂ ਕੇਵਲ ਤੇ ਕੇਵਲ ਬੱਚਿਓ ਉਹ ਫਾਈਲਾਂ ਜਾਂ ਡਾਇਰੈਕਟਰੀਆਂ ਜਿਹੜੀਆਂ ਹਾਈਡ ਕੀਤੀਆਂ ਹੋਈਆਂ, ਜਿਹੜੀਆਂ ਸਾਨੂੰ ਆਮ ਸ਼ੋ ਨਹੀਂ ਹੁੰਦੀਆਂ, ਜਦੋਂ dir ਕਮਾਂਡ ਚਲਾਉਂਦੇ ਆ ਉਦੋਂ ਨਹੀਂ ਸ਼ੋ ਹੁੰਦੀਆਂ, ਠੀਕ ਹੈ, ਉਹ ਹਾਈਡ ਕੀਤੀਆਂ ਹੋਈਆਂ। ਸੋ dir/ah ਦੇ ਨਾਲ ਉਹ ਲਿਸਟ ਸ਼ੋ ਹੁੰਦੀ ਆ ਡਾਇਰੈਕਟਰੀ ਦੀ ਜਿਹੜੀਆਂ ਫਾਈਲਾਂ ਜਾਂ ਡਾਇਰੈਕਟਰੀਆਂ ਅਸੀਂ ਹਾਈਡ ਕੀਤੀਆਂ ਹੋਈਆਂ ਉਸ ਡਰਾਈਵ ਦੇ ਉੱਤੇ, ਜਿਹੜੀ ਕਰੰਟ ਡਰਾਈਵ ਨੂੰ ਅਸੀਂ ਯੂਜ਼ ਕਰ ਰਹੇ ਹਾਂ। dir/ad ਕੇਵਲ ਡਾਇਰੈਕਟਰੀ ਦੀ ਹੀ ਲਿਸਟ ਦੇਖਣੀ ਹੈ ਤਾਂ AD ਦਾ ਇਸਤੇਮਾਲ ਕਰੋ। ਆ ਦੇਖੋ D ਡਰਾਈਵ ਦੇ ਵਿੱਚ ਪਹਿਲਾਂ ਇੱਥੇ ਫਾਈਲਾਂ ਵੀ ਸ਼ੋ ਕਰਦਾ ਸੀ, ਪਰ ਨਹੀਂ, ਹੁਣ ਕੇਵਲ ਤੇ ਕੇਵਲ ਡਾਇਰੈਕਟਰੀਆਂ ਦੀ ਹੀ ਲਿਸਟ ਸ਼ੋ ਕਰ ਰਿਹਾ ਵਾ। ਸੋ dir/ad ਦੇ ਨਾਲ ਕੇਵਲ ਡਾਇਰੈਕਟਰੀ ਦੀ ਹੀ ਲਿਸਟ ਸ਼ੋ ਕਰਦਾ। dir/aa ਕੇਵਲ ਫਾਈਲਾਂ, ਠੀਕ ਹੈ ਜੀ, ਕੇਵਲ ਫਾਈਲਾਂ ਹੀ ਸ਼ੋ ਕਰੇਗਾ, ਠੀਕ ਹੈ। ਜਿਹੜੀਆਂ ਵੀ ਇਸ ਡਰਾਈਵ ਦੇ ਉੱਤੇ ਫਾਈਲਾਂ ਨੇ ਉਹ ਮੈਨੂੰ ਹੁਣ ਸ਼ੋ ਕਰ ਰਿਹਾ। ਸੋ ਇਹ ਦੇ ਨਾਲ ਕੇਵਲ ਜਿਹੜੀਆਂ ਨੇ ਉਹ ਫਾਈਲਾਂ ਸ਼ੋ ਕਰੇਗਾ। ਸੋ ਉਸ ਤੋਂ ਬਾਅਦ ਫਿਰ dir/ar dir/ar ਐਂਟਰ ਪ੍ਰੈਸ ਕੀਤਾ, ਠੀਕ ਹੈ। ਫਾਈਲ ਨਾਟ ਫਾਊਂਡ ਕਿਹੜੀਆਂ ਫਾਈਲਾਂ ਪਰ ਆਪਾਂ ਪਹਿਲਾਂ ਗੱਲ ਕਰੀਏ AR ਦੇ ਨਾਲ, R ਦਾ ਮਤਲਬ ਰੀਡ ਓਨਲੀ, ਕੇਵਲ ਰੀਡ ਓਨਲੀ ਜਿਹੜੀਆਂ ਫਾਈਲਾਂ ਨੂੰ ਅਸੀਂ ਕੇਵਲ ਪੜ੍ਹ ਹੀ ਸਕਦੇ ਹਾਂ, ਉਹਦੇ ਚੇਂਜਸ ਨਹੀਂ ਕਰ ਸਕਦੇ, ਉਹ ਰੀਡ ਓਨਲੀ ਬਣਾਈਆਂ ਹੋਈਆਂ ਨੇ, ਉਹਦੇ 'ਚ ਅਸੀਂ ਨਹੀਂ ਕੋਈ ਚੇਂਜ ਕਰ ਸਕਦੇ। ਅਸੀਂ ਉਹੀ ਫਾਈਲਾਂ ਦੇਖਣੀਆਂ ਚਾਹੁੰਦੇ ਹਾਂ ਵੀ ਪੂਰੀ ਲਿਸਟ ਦੇ ਵਿੱਚ ਕੋਈ ਐਸੀਆਂ ਫਾਈਲਾਂ ਜਿਹੜੀਆਂ ਕੇਵਲ ਰੀਡ ਓਨਲੀ ਨੇ, ਮੈਂ ਚੈੱਕ ਕਰਨਾ ਚਾਹੁੰਦਾ ਵਾਂ, ਤਾਂ ਮੈਂ ਸਵਿਚ ਕਿਹੜੀ ਯੂਜ਼ ਕਰੂੰਗਾ, AR। ਪਰ ਆਪਣੀ ਇਹ ਸਾਰੀ ਲਿਸਟ ਦੇ ਵਿੱਚ ਜਿਹੜੀ D ਡਰਾਈਵ ਦੀ ਹੈ ਉਹਦੇ ਵਿੱਚ ਕੋਈ ਰੀਡ ਓਨਲੀ ਫਾਈਲ ਨਹੀਂ ਹੈ, ਠੀਕ ਹੈ। ਇਸ ਕਰਕੇ ਉਹ ਫਾਈਲ ਨਾਟ ਫਾਊਂਡ ਦਾ ਮੈਸੇਜ ਸਾਨੂੰ ਦੇ ਰਿਹਾ। dir/on ਹੁਣ on ਜਿਹੜਾ ਹੈ ਇਹ ਸੌਰਟ ਕਰਦਾ, ਸੌਰਟ ਤੋਂ ਭਾਵ ਤਰਤੀਬ ਚਲਾਉਂਦਾ। n ਦਾ ਮਤਲਬ ਨੇਮ ਵਾਈਜ਼, A to Z ਅਲਫਾਬੈਟਿਕਲੀ A ਤੋਂ ਜਿਹੜੀਆਂ ਸਟਾਰਟ ਹੁੰਦੀਆਂ ਵਾ ਕਰੈਕਟਰ ਤੋਂ, ਉਹ ਪਹਿਲਾਂ ਫਾਈਲਾਂ ਡਾਇਰੈਕਟਰੀਆਂ ਆ ਜਾਣਗੀਆਂ, B ਤੋਂ C ਤੋਂ ਅਪ ਟੂ Z, ਇੱਦਾਂ ਉਹ ਸੌਰਟ ਕਰ ਦੇਗਾ। ਜਿੱਦਾਂ ਆਪਣੀ ਡਾਇਰੈਕਟਰੀ ਹੁੰਦੀ ਆ, ਕੋਈ ਵੀ ਫੋਨ ਦੀ ਡਾਇਰੈਕਟਰੀ ਮੰਨ ਲਓ ਸੌਰਟ ਕੀਤੀ ਹੁੰਦੀ ਆ, ਠੀਕ ਹੈ ਜੀ। ਉਸੇ ਤਰ੍ਹਾਂ ਇਹ ਆਪਾਂ ਨੂੰ D ਡਰਾਈਵ ਦੀ ਜਿਹੜੀ ਸਾਰੀ ਲਿਸਟ ਹੈ ਉਹਨੂੰ ਨੇਮ ਵਾਈਜ਼ A to Z, ਆ ਦੇਖੋ ਜੇ ਆਪਾਂ ਦੇਖੀਏ A ਵਾਲੀਆਂ ਜਿਹੜੀਆਂ ਹੈ ਸਟਾਰਟ ਹੁੰਦੀਆਂ ਨੇਮ ਤੋਂ, ਕਰੈਕਟਰ ਤੋਂ, ਉਹ ਪਹਿਲਾਂ ਆ ਗਈਆਂ, ਦੈਨ B D G, ਇੱਦਾਂ ਆ ਲਾਸਟ ਤੇ W ਜਿਹੜਾ ਹੈ ਉਹ ਆ ਗਿਆ। ਇਸ ਤਰੀਕੇ ਦੇ ਨਾਲ ਇਹਨੇ ਸੌਰਟ ਕਰਤਾ ਸਾਰੀ ਡਾਇਰੈਕਟਰੀ ਨੂੰ। ਕਿਸ ਤਰੀਕੇ ਦੇ ਨਾਲ, ਨੇਮ ਵਾਈਜ਼ ਅਲਫਾਬੈਟਿਕਲੀ A to Z। ਇਹੋ ਹੀ ਜੇ ਤੁਸੀਂ ਡਿਸੈਂਡਿੰਗ ਆਰਡਰ ਲਾਉਣਾ ਚਾਹੁੰਦੇ ਹੋ, ਠੀਕ ਹੈ, ਜਿਹਨੂੰ ਆਪਾਂ ਘਟਦਾ ਕ੍ਰਮ ਵੀ ਕਹਿ ਦਿੰਦੇ ਆ, ਤਾਂ ਉਹ /o-n ਪਾ ਦੇਣਾ, ਤਾਂ ਇਹ ਚੀਜ਼ ਉਲਟ ਹੋ ਜਾਏਗੀ। ਆ ਦੇਖੋ ਜਿਹੜੀ ON ਦੇ ਨਾਲ ਲਿਸਟ ਜਿਹੜੀ ਹੈ ਉਹ ਮੈਨੂੰ A ਤੋਂ ਪਹਿਲਾਂ ਸ਼ੋ ਕਰ ਰਿਹਾ ਵਾ, ਫਿਰ B ਵਾਲੀਆਂ, ਫਿਰ C ਵਾਲੀਆਂ, ਦੈਨ ਲਾਸਟ ਤੇ W ਆ ਰਹੀ ਸੀ, ਪਰ ਇਹਦੇ ਨਾਲ ਜਿਹੜਾ ਹੈ ਵਾਈਸ ਵਰਸਾ ਹੋ ਗਿਆ, ਉਲਟ ਹੋ ਗਿਆ, ਠੀਕ ਹੈ। ਜਿਹੜਾ ਹੈ ਸਾਨੂੰ
ਡਿਸੈਂਡਿੰਗ ਆਰਡਰ ਦੇ ਵਿੱਚ ਜਿਹੜੀ ਹੈ ਚੀਜ਼ ਮਿਲੀ ਹੈ। W ਤੋਂ ਪਹਿਲਾਂ ਫਿਰ ਲਾਸਟ ਤੇ ਕਰਦੇ ਕਰਦੇ A, ਦੈਨ ਫਿਰ ਕੋਈ ਜਿਵੇਂ ਡਿਜਿਟਸ ਤੋਂ ਸਟਾਰਟ ਹੁੰਦੀ ਆ ਉਹ ਵੀ ਆ ਗਈ। ਠੀਕ ਆ, ਇਸ ਤਰੀਕੇ ਦੇ ਨਾਲ ਨੇਮ ਵਾਈਜ਼ ਤੁਸੀਂ ਇੱਦਾਂ ਆਪਣੀ ਲੋੜ ਦੇ ਮੁਤਾਬਕ ON ਦੇ ਨਾਲ ਆਪਣੀ ਲਿਸਟ ਨੂੰ ਸੌਰਟ ਜਾਂ ਜਿਹਨੂੰ ਤਰਤੀਬ ਕਹਿ ਦਿੰਦੇ ਆ ਉਹ ਕਰ ਸਕਦੇ ਹੋ। dir/OE ਇਹ ਵੀ ਸੌਰਟ ਕਰੇਗੀ। E ਤੋਂ ਮਤਲਬ ਐਕਸਟੈਂਸ਼ਨ, ਜੇ ਕਿਸੇ ਫਾਈਲ ਦੀ ਐਕਸਟੈਂਸ਼ਨ ਵੀ ਹੈ। ਐਕਸਟੈਂਸ਼ਨ ਕੀ ਹੁੰਦੀ ਆ, ਜਿੱਦਾਂ ਆਪਾਂ ਗੱਲ ਹੋ ਚੁੱਕੀ ਹੋਈ ਆ ਵੀ ਫਾਈਲ ਨੇਮ ਦੇ ਪਿੱਛੇ ਜਿਹੜੇ ਆਹ 3 ਕਰੈਕਟਰ ਹੁੰਦੇ ਨੇ ਡਾਟ ਨਾਲ ਸੈਪਰੇਟ ਕੀਤੇ ਹੁੰਦੇ ਆ। ਜਿਵੇਂ ਆ CDR ਲਿਖਿਆ, ਇਹਦਾ ਮਤਲਬ ਇਹ ਕੋਰਲ ਡਰਾ ਦੀ ਫਾਈਲ ਆ। ਆਪਣੀ ਗੱਲ ਹੋਈ ਸੀ ਐਕਸਟੈਂਸ਼ਨ ਤੋਂ ਪਛਾਣ ਹੋ ਜਾਂਦੀ ਆ ਬਈ ਇਹ ਫਾਈਲ ਜਿਹੜੀ ਹੈ ਇਹ ਕਿਹੜੇ ਸੌਫਟਵੇਅਰ ਨਾਲ ਸੰਬੰਧ ਰੱਖਦੀ ਆ। ਸੋ ਪਿੱਛੇ CDR ਲਿਖਿਆ ਹੋਇਆ, ਇਟ ਮੀਨਸ ਇਹ ਕੋਰਲ ਡਰਾ ਦੀ ਫਾਈਲ ਹੈ। ਠੀਕ ਹੈ ਜੀ। ਸੋ ਐਕਸਟੈਂਸ਼ਨ ਵਾਈਜ਼ ਜੇ ਤੁਸੀਂ ਸੌਰਟ ਕਰਨਾ ਚਾਹੁੰਦੇ ਹੋ ਤਾਂ OE ਵਰਤੋ, ਐਂਟਰ ਪ੍ਰੈਸ ਕੀਤਾ। ਠੀਕ ਹੈ ਜੀ। ਸੋ ਆਹ ਦੇਖੋ ਐਕਸਟੈਂਸ਼ਨ ਵਾਲੀ ਫਾਈਲ ਲਾਸਟ ਤੇ ਜਿਹੜੀ ਹੈ ਉਹ ਚਲੀ ਗਈ, ਕਿਉਂਕਿ ਇੱਕ ਹੀ ਐਕਸਟੈਂਸ਼ਨ ਵਾਲੀ ਆਪਣੇ ਕੋਲ ਫਾਈਲ ਸੀ। ਸੋ ਜੇ ਇੱਥੇ ਹੋਰ ਵੀ ਐਕਸਟੈਂਸ਼ਨ ਵਾਲੀਆਂ ਫਾਈਲ ਹੁੰਦੀਆਂ ਜਿਵੇਂ BMP ਜਾਂ ਹੋਰ ਬਿਟਮੈਪ ਜਿਨ੍ਹਾਂ ਨੂੰ ਪੇਂਟ ਦੀ ਫਾਈਲ ਕਹਿ ਦਿੰਦੇ ਆ, ਜਾਂ ਫੋਟੋਸ਼ਾਪ ਦੀਆਂ PDD ਹੈ। ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਫਿਰ ਉਹਨੇ C ਵਾਲੀਆਂ B ਤੋਂ ਜਿਹੜੀ BMP ਫਾਈਲ ਹੈ ਉਹ ਪਹਿਲਾਂ ਲਾ ਦੇਣੀ ਸੀ, CDR ਨੰਬਰ 2 ਤੇ ਲਾਉਣੀ ਸੀ। ਜੇ ਕੋਈ ਫੋਟੋਸ਼ਾਪ ਦੀ ਫਾਈਲ ਹੁੰਦੀ PDD ਜਿਹਦੀ ਐਕਸਟੈਂਸ਼ਨ ਉਹ ਉਸ ਤੋਂ ਅੱਗੇ ਲਾ ਦੇਣੀ ਸੀ। ਸੋ OE ਦੇ ਨਾਲ ਐਕਸਟੈਂਸ਼ਨ ਨੂੰ ਦੇਖਦਿਆਂ ਹੋਇਆਂ ਉਹ ਜਿਹੜਾ ਹੈ ਸੌਰਟ ਕਰਦਾ, ਤਰਤੀਬ ਚਲਾਉਂਦਾ ਤੁਹਾਡੀ ਡਾਇਰੈਕਟਰੀ ਦੀ ਲਿਸਟ ਨੂੰ। ਉਸ ਤੋਂ ਬਾਅਦ dir/OS, S ਤੋਂ ਮਤਲਬ ਸਾਈਜ਼ ਵਾਈਜ਼। ਠੀਕ ਹੈ ਜੀ, ਫਾਈਲ ਦਾ ਸਾਈਜ਼ ਦੇਖ ਕੇ ਜਿਹੜਾ ਹੈ ਉਹ ਲਾਉਂਦਾ ਹੈ। ਸੋ ਸਾਈਜ਼ ਜਿਹੜਾ ਹੈ ਉਹ ਸਾਰਿਆਂ ਨਾਲ ਛੋਟਾ ਫਾਈਲ, ਉਸ ਤੋਂ ਵੱਡੀ, ਉਸ ਤੋਂ ਵੱਡੀ, ਬਾਈਟਸ ਚੈੱਕ ਕਰਕੇ ਉਸ ਤਰੀਕੇ ਨਾਲ ਲਾਏਗਾ। ਠੀਕ ਆ, ਆਹ ਦੇਖੋ ਉਹਨੇ ਸੌਰਟ ਕਰਤਾ। ਸੋ ਜਿੱਦਾਂ ਆਹ ਦੇਖੋ 2 ਫਾਈਲਾਂ ਦਿਖਾ ਰਿਹਾ, ਤਾਂ ਚਲੋ ਡਾਇਰੈਕਟਰੀਆਂ ਨੇ ਆਹ 2 ਫਾਈਲਾਂ ਦਿਖਾ ਰਿਹਾ, ਇੱਕ PQR ਨਾਂ ਦੀ, ਇੱਕ BN ਨਾਂ ਦੀ। ਜਿਹ 'ਚ 12 ਬਾਈਟਸ ਡਾਟਾ ਸਟੋਰ ਆ ਉਹਨੇ ਪਹਿਲਾਂ ਜਿਹੜੀ ਹੈ ਸੌਰਟ ਕਰਤੀ, ਤਰਤੀਬ ਚਲਾਤੀ। ਜਿਹੜੀ 20 ਬਾਈਟਸ ਦੀ ਜਿਹੜੀ ਹੈ ਫਾਈਲ, ਠੀਕ ਆ, BN ਨਾਂ ਦੀ, ਉਹ ਉਹਨੇ ਉਸ ਤੋਂ ਅੱਗੇ ਲਾਤੀ। ਸੋ ਇੱਦਾਂ ਜੇ ਆਪਾਂ ਧਿਆਨ ਨਾਲ ਇੱਥੇ ਦੇਖੀਏ ਵੀ ਉਹ ਸਾਈਜ਼ ਨੂੰ ਦੇਖਦਿਆਂ ਹੋਇਆਂ ਜਿਹੜਾ ਹੈ ਉਹ ਸੌਰਟ ਕਰ ਰਿਹਾ। ਠੀਕ ਆ, ਜਿੰਨਾ ਜਿਹਦੇ ਵਿੱਚ ਡਾਟਾ ਬਾਈਟਸ ਡਾਟਾ ਸਟੋਰ ਹੈ। ਠੀਕ ਆ, ਸਾਰਿਆਂ ਨਾਲ ਛੋਟੀ, ਉਸ ਤੋਂ ਵੱਡੀ, ਉਸ ਤੋਂ ਵੱਡੀ, ਔਰ ਲਾਰਜੈਸਟ ਜਿਹੜੀ ਹੁੰਦੀ ਆ ਉਹ ਸਾਰਿਆਂ ਨਾਲੋਂ ਜਿਹੜੀ ਹੇਠਾਂ ਨੀਚੇ ਸਾਰਿਆਂ ਨਾਲੋਂ ਆ ਲੱਗਦੀ ਹੈ। ਠੀਕ ਆ, ਸੋ ਇਸ ਤਰੀਕੇ ਦੇ ਨਾਲ ਜੇ ਤੁਸੀਂ ਸਾਈਜ਼ ਵਾਈਜ਼ ਸੌਰਟ ਕਰਨਾ, ਤਰਤੀਬ ਚਲਾਉਣਾ ਆਪਣੀ ਲਿਸਟ ਨੂੰ, dir/OS ਲਾ ਸਕਦੇ ਹੋ। ਫਿਰ ਹੈ ਜੀ ਇਹਨਾਂ ਦੇ ਨਾਲ ਹਾਈਫਨ ਤੁਸੀਂ ਵਿੱਚ ਯੂਜ਼ ਕਰ ਸਕਦੇ ਹੋ ਸੌਰਟਿੰਗ ਦੇ ਵਿੱਚ। ਫਿਰ ਮੈਂ ਦੱਸ ਦਵਾਂ, ਜੇ ਤੁਸੀਂ ਉਹਦਾ ਵਾਈਸ ਵਰਸਾ ਚਲਾਉਣਾ, ਉਲਟ ਚਲਾਉਣਾ, dir/OD, ਡੇਟ ਵਾਈਜ਼। ਠੀਕ ਹੈ ਜੀ, ਆ ਦੇਖੋ ਸਾਰਿਆਂ ਨਾਲ ਪਹਿਲਾਂ ਬਣੀ ਹੋਈ, ਉਸ ਤੋਂ ਬਾਅਦ, ਉਸ ਤੋਂ ਬਾਅਦ। ਠੀਕ ਹੈ ਜੀ, ਤੇ ਫਿਰ 18 ਵਾਲੀਆਂ, ਫਿਰ ਆਹ 19 ਵਾਲੀਆਂ, ਦੈਨ ਕਰਦੇ ਕਰਦੇ ਆ ਦੇਖੋ ਤਰੀਕ ਵੀ ਜਿਹੜੀ ਹੈ ਵੱਧਦੀ ਜਾ ਰਹੀ ਆ। ਠੀਕ ਹੈ, ਸੋ 15/7, 16/7, ਇਸ ਤਰੀਕੇ ਦੇ ਨਾਲ ਤਰੀਕ ਨੂੰ ਦੇਖਦਿਆਂ ਹੋਇਆਂ ਉਹ ਸੌਰਟ ਕਰ ਦਿੰਦਾ। ਸਾਰਿਆਂ ਨਾਲ ਪਹਿਲਾਂ ਬਣੀ ਹੋਈ ਤੇ ਫਿਰ ਸਾਰਿਆਂ ਨਾਲ ਨੀਚੇ, ਸਾਰਿਆਂ ਨਾਲੋਂ ਜਿਹੜੀ ਕਹਿ ਲਓ ਲੇਟੈਸਟ ਰੀਸੈਂਟ ਬਣੀ ਹੈ ਉਹ ਸਾਰਿਆਂ ਨਾਲ ਨੀਚੇ ਲਾ ਦਿੰਦਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਡੇਟ ਵਾਈਜ਼ ਤੁਸੀਂ ਆਪਣੀ ਫਾਈਲ ਨੂੰ ਜਾਂ ਡਾਇਰੈਕਟਰੀ ਦੀ ਲਿਸਟ ਨੂੰ ਸੌਰਟ ਕਰਨਾ ਚਾਹੁੰਦੇ ਹੋ ਤਾਂ ਫਿਰ dir/OD ਲਿਖੋ। ਇੱਥੇ ਵੀ ਤੁਸੀਂ ਵਿੱਚ ਹਾਈਫਨ ਲਾ ਸਕਦੇ ਹੋ ਜੇ ਤੁਸੀਂ ਇਹਨੂੰ ਵਾਈਸ ਵਰਸਾ ਚਲਾਉਣਾ, ਮੀਨਸ ਕਿ ਜਿਹੜੀ ਸਾਰਿਆਂ ਨਾਲ ਲੇਟੈਸਟ ਬਣੀ ਆ, ਰੀਸੈਂਟ ਬਣੀ, ਉਹ ਸਾਰਿਆਂ ਨਾਲ ਉੱਪਰ ਆ ਜਾਏਗੀ, ਔਰ ਜਿਹੜੀ ਸਾਰੇ ਨਾਲੋਂ ਪਹਿਲਾਂ ਬਣੀ ਹੋਈ ਆ ਉਹ ਬਾਟਮ ਤੇ ਸਾਰਿਆਂ ਨਾਲੋਂ ਨੀਚੇ ਜਾਂ ਹੇਠਾਂ ਜਾ ਕੇ ਲੱਗ ਜਾਏਗੀ। ਠੀਕ ਹੈ, ਸੋ ਬੱਚਿਓ ਇਹ ਕੁਝ ਸਵਿਚਜ਼ ਨੇ ਜਿਨ੍ਹਾਂ ਨੂੰ ਤੁਸੀਂ ਆਪਣੀ ਲੋੜ ਮੁਤਾਬਕ ਡਾਇਰੈਕਟਰੀ ਦੀ ਲਿਸਟ ਨੂੰ ਦੇਖਣ ਦੇ ਲਈ, ਚੈੱਕ ਕਰਨ ਦੇ ਲਈ ਆਪਣੀ ਲੋੜ ਮੁਤਾਬਕ ਜਿਹੜਾ ਹੈ ਉਹ ਯੂਜ਼ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਸਮਝ ਲੱਗ ਗਈਆਂ ਹੋਣਗੀਆਂ। ਠੀਕ ਹੈ ਬੱਚੇ, ਓਕੇ।